पंजाबी विभाग पंजाबी यूनीवर्सिटी पटियाला ਵੱਲੋਂ ਮਿਤੀ 10 ਅਤੇ 11 ਨਵੰਬਰ 2020 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਬਾਣੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਵਿਸ਼ੇ ਉੱਪਰ 2 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰੋਫੈਸਰ ਪਰਮਜੀਤ ਸਿੰਘ ਢੀਂਗਰਾ ਵੀ ਸ਼ਾਮਲ ਹੋਏ। ਡਾਕਟਰ ਢੀਂਗਰਾ ਭਾਸ਼ਾ ਵਿਗਿਆਨ ਦੇ ਉੱਘੇ ਚਿੰਤਕ ਹਨ। ਉਹਨਾਂ ਵੈਬੀਨਾਰ ਵਿੱਚ ਬੋਲਦਿਆਂ ਗੁਰੂ ਸਾਹਿਬ ਦੀ ਬਾਣੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਬਾਬਤ ਚਰਚਾ ਕੀਤੀ। ਆਓ ਸੁਣਦੇ ਹਾਂ ਡਾਕਟਰ ਪਰਮਜੀਤ ਸਿੰਘ ਢੀਂਗਰਾ ਜੀ ਦੇ ਵਿਚਾਰ। ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸੁਰਜੀਤ ਸਿੰਘ, ਉਹਨਾਂ ਦੇ ਸਾਥੀਆਂ ਤੇ ਪੰਜਾਬੀ ਵਿਭਾਗ ਦਾ ਰਿਣੀ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਤੁਹਾਡੇ ਸਾਹਮਣੇ ਕੁਝ ਗੱਲਾਂ ਕਰਨ ਦਾ ਜਿਹੜਾ ਮੌਕਾ ਦਿੱਤਾ। ਔਰ ਜਿਵੇਂ ਕਿ ਮੈਨੂੰ ਜਿਹੜਾ ਵਿਸ਼ਾ ਦਿੱਤਾ ਗਿਆ ਸੀ ਉਹ ਭਾਸ਼ਾ ਸ਼ੈਲੀ ਦੇ ਨਾਲ ਸੰਬੰਧ ਰੱਖਦਾ ਸੀ। ਔਰ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਜਾਣਨੀ ਜ਼ਰੂਰੀ ਹੈ ਕਿ ਜਿਹੜੀਆਂ ਸਾਹਿਤਕ ਕਿਰਤਾਂ ਨੇ ਜਾਂ ਜਿਨ੍ਹਾਂ ਨੂੰ ਅਸੀਂ ਸੇਕਰਡ ਟੈਕਸਟ ਕਹਿੰਦੇ ਹਾਂ ਜਾਂ ਜਿਹੜੀਆਂ ਪਵਿੱਤਰ ਪਾਠ ਨੇ, ਉਹ ਬੁਨਿਆਦੀ ਰੂਪ ਦੇ ਵਿੱਚ ਭਾਸ਼ਾ ਦੇ ਬਣੇ ਹੁੰਦੇ ਨੇ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਭਾਸ਼ਾ ਸ਼ੈਲੀ ਦੇ ਪੱਖੋਂ ਅਧਿਐਨ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਕੋਈ ਵੀ ਜਿਹੜੀ ਭਾਸ਼ਾ ਦਾ ਜਿਹੜਾ ਸੰਯੋਜਨ ਕੀਤਾ ਜਾਂਦਾ ਹੈ, ਉਸ ਦੀ ਚੋਣ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਪਰਮੂਟੇਸ਼ਨ ਤੇ ਕੰਬੀਨੇਸ਼ਨ ਬਣਦੇ ਨੇ, ਉਸ ਦੇ ਪਿੱਛੇ 2 ਚੀਜ਼ਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਨੇ। ਇੱਕ ਤਾਂ ਜਿਹੜਾ ਸਮਕਾਲੀ ਸੱਭਿਆਚਾਰ ਹੈ, ਕਿਉਂਕਿ ਭਾਸ਼ਾ ਦਾ ਜਿਹੜਾ ਸਿੱਧਾ ਸੰਬੰਧ ਹੈ ਉਹ ਸੱਭਿਆਚਾਰ ਦੇ ਨਾਲ ਹੈ। ਔਰ ਦੂਸਰਾ ਜਿਹੜਾ ਸੰਬੰਧ ਹੈ ਭਾਸ਼ਾ ਦਾ ਉਸ ਵਿਚਾਰਧਾਰਾ ਦੇ ਨਾਲ ਹੈ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਤੇ ਕੋਈ ਵੀ ਜਿਹੜੀ ਸੇਕਰਡ ਟੈਕਸਟ ਜਿਹੜੀ ਹੈ ਉਹ ਸਿਰਜੀ ਜਾਂਦੀ ਹੈ। ਔਰ ਜਿਸ ਤਰ੍ਹਾਂ ਕਿ ਬਾਣੀ ਬਾਰੇ ਕਿਹਾ ਜਾਂਦਾ ਵਾ ਕਿ ਬਾਣੀ ਜਿਹੜੀ ਆ ਇਹ ਧੁਰਕੀ ਬਾਣੀ ਹੈ। ਔਰ ਇੱਥੇ ਜਿਹੜੀ ਧੁਰਕੀ ਬਾਣੀ ਹੈ ਇਹਦਾ ਮਤਲਬ ਕਿ ਉਸ ਦੇ ਵਿੱਚ ਜਿਹੜੀ ਭਾਸ਼ਾ ਵਾ ਉਸ ਦਾ ਜਿਹੜਾ ਸੰਯੋਜਨ ਹੈ ਉਹ ਇੱਕ ਖਾਸ ਮਹੱਤਵ ਦਾ ਧਾਰਨੀ ਹੈ। ਔਰ ਜਦੋਂ ਅਸੀਂ ਨਖੇੜਾ ਕਰਦੇ ਹਾਂ ਕਿ ਆਮ ਭਾਸ਼ਾ ਤੇ ਸਾਹਿਤ ਭਾਸ਼ਾ ਦਾ ਜਾਂ ਆਮ ਭਾਸ਼ਾ ਜਿਹੜੀ ਹੈ ਤੇ ਇੱਕ ਜਿਹੜੀ ਪਵਿੱਤਰ ਪਾਠਾਂ ਦੀ ਭਾਸ਼ਾ ਵਾ, ਤਾਂ ਇਸ ਕਰਕੇ ਜਿਹੜੀ ਗੁਰਬਾਣੀ ਦੀ ਭਾਸ਼ਾ ਵਾ ਉਸ ਨੂੰ ਸਮਝਣ ਦੇ ਲਈ ਸਾਨੂੰ ਗੁਰਬਾਣੀ ਦੀ ਭਾਸ਼ਾ ਦੀ ਯਾਤਰਾ ਕਰਨੀ ਪਏਗੀ। ਤਾਂ ਸਾਨੂੰ ਇਸ ਕਾਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਉਂਦਿਆਂ ਭਾਸ਼ਾ ਦੇ ਵਿੱਚ ਕੁਝ ਪਰਿਵਰਤਨ ਵੀ ਨਜ਼ਰ ਆਉਣਗੇ। ਹੁਣ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕੀਤੀ, ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਲਹਿੰਦੀ ਜਿਹੜੀ ਜ਼ਬਾਨ ਹੈ, ਜਿਹੜੀ ਉਹਨਾਂ ਦੀ ਉਸ ਵੇਲੇ ਦੀ ਮਾਤ ਭਾਸ਼ਾ ਸੀ, ਉਸ ਦੇ ਵਿੱਚ ਉਹਨਾਂ ਨੇ ਆਪਣਾ ਸੰਦੇਸ਼ ਦਿੱਤਾ। ਔਰ ਇਸ ਧੁਰਕੀ ਬਾਣੀ ਜਿਹੜੀ ਸੀ ਜਿਵੇਂ ਜਿਵੇਂ ਅਗਲੇ ਗੁਰੂ ਸਾਹਿਬਾਨ ਤੱਕ ਆਉਂਦੀ ਹੈ ਔਰ ਜਦੋਂ ਇਹ ਗੁਰੂ ਅਰਜਨ ਦੇਵ ਜੀ ਤੱਕ ਆਉਂਦੀ ਹੈ ਤਾਂ ਉਸ ਵੇਲੇ ਤੱਕ ਇਸ ਬਾਣੀ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਨ ਕੀਤਾ ਗਿਆ ਤਾਂ ਇੱਕ ਮੱਧਕਾਲੀ ਜਿਹੜੀ ਭਾਸ਼ਾ ਦਾ ਰੂਪ ਸਾਡੇ ਸਾਹਮਣੇ ਆਉਂਦਾ ਵਾ। ਔਰ ਇਸ ਭਾਸ਼ਾ ਦੀ ਇੱਕ ਬਹੁਤ ਵੱਡੀ ਖੂਬੀ ਇਹ ਹੈ ਕਿ ਜਿਸ ਨੂੰ ਅਸੀਂ ਗ੍ਰਾਸ ਰੂਟ ਮਲਟੀਲਿੰਗੁਅਲਿਜ਼ਮ ਕਹਿੰਦੇ ਆ ਜਾਂ ਇੱਕ ਜਿਹੜਾ ਬਹੁ ਭਾਸ਼ਾਵਾਦ ਹੈ ਉਹ ਇਸ ਸਾਨੂੰ ਗ੍ਰੰਥ ਦੇ ਵਿੱਚ ਮਿਲਦਾ ਵਾ। ਔਰ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਬਹੁ ਭਾਸ਼ਾਵਾਦ ਹੈ ਇਹ ਆਪਣੇ ਆਪ ਦੇ ਵਿੱਚ ਆਦਰਸ਼ ਕਿਸਮ ਦੀ ਸਥਿਤੀ ਹੈ ਜਿੱਥੇ ਭਾਸ਼ਾਵਾਂ ਦੇ ਵਿੱਚ ਕੋਈ ਵੈਰ ਵਿਰੋਧ ਨਜ਼ਰ ਨਹੀਂ ਆਉਂਦਾ। ਔਰ ਉੱਥੇ ਜਿਹੜੀ ਮਹੱਤਵਪੂਰਨ ਗੱਲ ਹੈ ਉਹ ਹੈ ਉਸ ਵਿਚਲਾ ਸੰਦੇਸ਼, ਔਰ ਸੰਦੇਸ਼ ਦੇਣ ਦੇ ਲਈ ਕੋਈ ਭਾਸ਼ਾ ਰੁਕਾਵਟ ਖੜੀ ਨਹੀਂ ਕਰਦੀ। ਤੋ ਇਸ ਕਰਕੇ ਜਿਹੜਾ ਬਾਣੀ ਦਾ ਇੱਕ ਭਾਸ਼ਾਈ ਮੁਹਾਂਦਰਾ ਸਾਡੇ ਸਾਹਮਣੇ ਪੇਸ਼ ਹੁੰਦਾ ਵਾ
ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਗਭਗ 64 ਜਿਹੜੀਆਂ ਜ਼ਬਾਨਾਂ ਦੇ ਸ਼ਬਦ ਜਿਹੜੇ ਨੇ ਇਸ ਦੇ ਵਿੱਚ ਮਿਲਦੇ ਨੇ। ਤਾਂ ਉਹ ਸਾਰੇ ਸ਼ਬਦ ਜਿਹੜੇ ਨੇ ਇੱਕ ਅਕਾਲ ਪੁਰਖ ਦੀ ਜਿਹੜੀ ਹੈ ਉਹ ਵਡਿਆਈ ਕਰਦੇ ਨਜ਼ਰ ਆਉਂਦੇ ਨੇ। ਤੇ ਇਹਦਾ ਮਤਲਬ ਕਿ ਇਹ ਜਿਹੜੀਆਂ ਇੰਨੀਆਂ ਸ਼ਬਦ ਤੇ ਇੰਨੀਆਂ ਜਿਹੜੀਆਂ ਭਾਸ਼ਾਵਾਂ ਨੇ ਉਹ ਇੱਕ ਖਾਸ ਮਕਸਦ ਦੇ ਲਈ, ਇੱਕ ਖਾਸ ਮਕਸਦ ਦੇ ਲਈ ਉਸ ਦੇ ਵਿੱਚ ਇੱਕ ਮੁਹਾਂਦਰਾ ਸਿਰਜਦੀਆਂ ਨੇ। ਪਰ ਜਿਵੇਂ ਜਿਵੇਂ ਸਥਿਤੀਆਂ ਵੱਧਦੀਆਂ ਨੇ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਹੈ, ਜਦੋਂ ਉਸ ਦੇ ਵਿੱਚ ਭਾਸ਼ਾ ਦੇਖਦੇ ਆ ਤਾਂ ਉਸ ਵੇਲੇ ਤੱਕ ਇਹ ਜਿਹੜਾ ਗੁਰਬਾਣੀ ਵਿਚਲਾ ਲਹਿੰਦੀ ਦਾ, ਫਿਰ ਉਸ ਦੇ ਵਿੱਚ ਜਿਹੜੀ ਮਾਝੀ ਦਾ ਜਿਹੜਾ ਲਹਿਜਾ ਸੀ ਉਹ ਇੱਕ ਖਾਸ ਮੁਕਾਮ ਬਣਾ ਚੁੱਕਾ ਸੀ। ਪਰ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਉਂਦਿਆਂ ਇੱਕ ਦਿਲਚਸਪ ਜਿਹੜੀ ਗੱਲ ਵਾਪਰੀ ਕਿ ਉਸ ਵੇਲੇ ਪੂਰੇ ਉੱਤਰੀ ਭਾਰਤ ਦੇ ਵਿੱਚ ਜਿਹੜੇ ਭਗਤ ਸੀ ਜਾਂ ਗੁਰੂ ਸੀ ਜਾਂ ਸੂਫੀ ਸੀ, ਉਹਨਾਂ ਦੇ ਵਿੱਚ ਇੱਕ ਖਾਸ ਬ੍ਰਜ ਭਾਸ਼ਾ ਦੀ ਜਿਹੜੀ ਹੈ ਪ੍ਰਚਲਨ ਵੱਧ ਗਿਆ ਸੀ। ਔਰ ਬ੍ਰਜ ਭਾਸ਼ਾ ਇੱਕ ਸਾਹਿਤਕ ਮੁਹਾਵਰੇ ਦੇ ਵਜੋਂ ਉਸ ਵੇਲੇ ਸਾਹਮਣੇ ਆਉਂਦੀ ਹੈ। ਤੋ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇਖੀਏ ਤਾਂ ਉਹਨਾਂ ਨੇ, ਜਿਵੇਂ ਡਾਕਟਰ ਸਿਕੰਦਰ ਸਿੰਘ ਹੋਰਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਪੂਰਬ ਵਾਲੇ ਪਾਸੇ ਉਹਨਾਂ ਨੇ ਯਾਤਰਾਵਾਂ ਕੀਤੀਆਂ। ਹਾਲਾਂਕਿ ਉਹਨਾਂ ਦਾ ਬਹੁਤ ਸਾਰਾ ਸਮਾਂ ਜਿਹੜਾ ਵੈ ਉਹ ਬਾਬੇ ਬਕਾਲੇ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਬੀਤਿਆ। ਜਿਹੜੀ ਉਹਨਾਂ ਦੇ ਕੋਲ ਮੁੱਢਲੀ ਜਿਹੜੀ ਪੰਜਾਬੀ ਭਾਸ਼ਾ ਸੀ ਉਹ ਉਹਨਾਂ ਦੀ ਆਪਣੀ ਜ਼ਬਾਨ ਸੀ, ਪਰ ਸਾਹਿਤਕ ਮੁਹਾਵਰੇ ਦੇ ਵਿੱਚ ਉਹਨਾਂ ਨੇ ਬ੍ਰਜ ਭਾਸ਼ਾ ਦੀ ਵਰਤੋਂ ਕੀਤੀ। ਔਰ ਅਸੀਂ ਦੇਖਦੇ ਹਾਂ ਕਿ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜਿਹੜੀ ਹੈ ਰਚਨਾ ਦੇ ਵਿੱਚ ਬ੍ਰਜ ਨੂੰ ਬਹੁਤ ਵੱਡਾ ਸਥਾਨ ਜਿਹੜਾ ਵਾ ਦਿੱਤਾ। ਹੁਣ ਜਦੋਂ ਅਸੀਂ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਭਾਸ਼ਾਈ ਸ਼ੈਲੀ ਦੇ ਪੱਖੋਂ ਦੇਖਦੇ ਹਾਂ ਤਾਂ ਇਹਦੇ ਵਿੱਚ ਕੁੱਲ 1312 ਸ਼ਬਦ ਜਿਹੜੇ ਨੇ ਆਉਂਦੇ ਨੇ, ਜਿਹਨਾਂ ਦੀ ਬਾਰ-ਬਾਰ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਵਰਤੇ ਜਾਂਦੇ ਨੇ। ਔਰ ਇਹਦੇ ਵਿੱਚੋਂ 677 ਜਿਹੜੇ ਸ਼ਬਦ ਨੇ ਉਹ ਮੂਲ ਨੇ, ਔਰ 635 ਜਿਹੜੇ ਨੇ ਉਹ ਵਿਉਤਪਤ ਜਾਂ ਜਿਨ੍ਹਾਂ ਨੂੰ ਅਸੀਂ ਡੈਰੀਵੇਸ਼ਨਲ ਵਰਡਸ ਕਹਿੰਦੇ ਉਹ ਆ। ਔਰ ਇਸ ਦੇ ਵਿੱਚ ਇੱਕ ਹੋਰ ਬੜੀ ਖੂਬੀ ਹੈ ਇਸ ਭਾਸ਼ਾ ਦੇ ਵਿੱਚ, ਜਦੋਂ ਭਾਸ਼ਾਈ ਤੌਰ ਤੇ ਐਨਾਲਿਸਿਸ ਕਰਦੇ ਹਾਂ ਤੇ ਇਸ ਤੋਂ ਜਿਹੜੀ ਪਹਿਲੀ ਭਾਸ਼ਾ ਦੀ ਪੰਜਾਬੀ ਦੀ ਪਰੰਪਰਾ ਹੈ, ਕਿਉਂਕਿ ਸਾਨੂੰ ਪਤਾ ਵਾ ਤਕਰੀਬਨ 11ਵੀਂ ਸਦੀ ਦੇ ਵਿੱਚ ਫਾਰਸੀ ਜਿਹੜੀ ਹੈ ਉਹ ਪੰਜਾਬ ਦੀ ਰਾਜ ਭਾਸ਼ਾ ਬਣ ਗਈ ਸੀ। ਮੂਲ ਜਿਹੜੀਆਂ ਆਰੀਆ ਬੋਲੀਆਂ ਉਹਨਾਂ ਦੇ ਸ਼ਬਦ ਨੇ ਉਹ ਤਤਸਮ ਰੂਪ ਦੇ ਵਿੱਚ ਵੀ ਨੇ ਔਰ ਤਦਭਵ ਰੂਪ ਦੇ ਵਿੱਚ ਵੀ ਨਜ਼ਰ ਆਉਂਦੇ ਨੇ। ਔਰ ਇਹ ਤਿੰਨ ਸ਼ਬਦ ਕਿਹੜੇ ਨੇ? ਹੈਰਾਨ, ਗੁਮਾਨ ਤੇ ਗਾਫਲ। ਕਿਉਂਕਿ ਜਦੋਂ ਕਿਸੇ ਸ਼ਬਦ ਨੂੰ ਵਰਤਿਆ ਜਾਂਦਾ ਵੈ ਤਾਂ ਉਹਦੇ ਵਿੱਚ ਇੱਕ ਖਾਸ ਜਿਹੜਾ ਪੈਗਾਮ ਹੈ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੋ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਤਿੰਨਾਂ ਸ਼ਬਦਾਂ ਦੇ ਰਾਹੀਂ ਜਿਹੜਾ ਵੈ ਇਹ ਆਪਣਾ ਪੈਗਾਮ ਦੇਣ ਦਾ ਯਤਨ ਕੀਤਾ ਕਿ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ। ਔਰ ਦੂਸਰਾ ਜਿਹੜਾ ਸ਼ਬਦ ਗਾਫਲ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਔਰ ਤੀਸਰਾ ਸ਼ਬਦ ਹੈ ਗੁਮਾਨ, ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਤੋ ਇਹ ਸਿਰਫ ਤਿੰਨ ਸ਼ਬਦ ਨੇ, ਜਦ ਕਿ ਇਸ ਦੀ ਜਿਹੜੀ ਪਿਛਲੀ ਪਰੰਪਰਾ ਸੀ ਉਸ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਬਹੁਤ ਵੱਡੇ ਪੱਧਰ ਦੇ ਉੱਤੇ ਸਾਨੂੰ ਜਿਹੜੀ ਵਰਤੀ ਨਜ਼ਰ ਆਉਂਦੀ ਹੈ। ਤੋ ਇਹਦਾ ਮਤਲਬ ਹੈਗਾ ਕਿ ਜਿਹੜੀ ਗੁਰਬਾਣੀ ਦੀ ਭਾਸ਼ਾ ਵੈ ਉਹਦੇ ਵਿੱਚ ਵੀ ਲਗਾਤਾਰ ਵਿਕਾਸ ਹੋ ਰਿਹਾ ਵੈ ਔਰ ਆਪਣੇ ਸਮਕਾਲ ਔਰ ਸਮਕਾਲੀ ਸਾਹਿਤਕ ਮੁਹਾਵਰਾ ਔਰ ਜਿਹੜੀ ਸਮਕਾਲੀ ਸੱਭਿਆਚਾਰਕ ਫਰੀਕੁਐਂਸੀ ਹੈ ਉਸ ਨੂੰ ਇਹ ਭਾਸ਼ਾ ਜਿਹੜੀ ਹੈ ਕੈਚ ਕਰ ਰਹੀ ਹੈ। ਔਰ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਪਹਿਲਾ ਨੁਕਤਾ ਵੈ ਕਿ ਜਿਹੜੀ ਅਰਬੀ ਫਾਰਸੀ ਵਾਲੀ ਸ਼ਬਦਾਵਲੀ ਦੀ ਪਰੰਪਰਾ ਸਾਨੂੰ ਪਹਿਲਾਂ ਮਿਲਦੀ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਉਹ ਸ਼ਬਦ ਸਿਰਫ ਤਿੰਨ ਹੀ ਮਿਲੇ ਨੇ। ਔਰ ਇੱਥੇ ਸਾਰਾ ਜ਼ੋਰ ਜਿਹੜਾ ਵਾ ਉਹਨਾਂ ਦਾ ਬ੍ਰਜ ਭਾਸ਼ਾ ਦਾ ਜਿਹੜਾ ਸਾਹਿਤਕ ਮੁਹਾਵਰਾ ਵੈ ਉਸ ਨੂੰ ਪੰਜਾਬੀ ਦੇ ਮਿਸ਼ਰਨ ਦੇ ਨਾਲ ਇੱਕ ਨਵਾਂ ਰੂਪ ਦੇਣ ਦਾ ਜਿਹੜਾ ਵੈ ਯਤਨ ਕੀਤਾ ਗਿਆ ਵੈ।
ਔਰ ਇਹ ਪਰੰਪਰਾ ਜਿਹੜੀ ਆ ਫਿਰ ਅੱਗੇ ਜਾ ਕੇ ਪਰੰਪਰਾ ਬਣਦੀ ਹੈ। ਜਿਹੜੀ ਬ੍ਰਜ ਦੀ ਜਿਹੜੀ ਪਰੰਪਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ, ਇਸ ਨੇ ਸਾਡੇ ਜਿਹੜਾ ਅਚੇਤਨ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਸਾਰਾ ਬ੍ਰਜ ਦੇ ਵਿੱਚ ਹੈ। ਔਰ ਭਾਈ ਰਤਨ ਸਿੰਘ ਭੰਗੂ ਜਿਹੜੇ ਨੇ ਪੰਥ ਪ੍ਰਕਾਸ਼ ਜਿਹੜਾ ਵਾ ਉਹ ਵੀ ਬ੍ਰਜ ਦੇ ਵਿੱਚ ਲਿਖਦੇ ਨੇ। ਇਸੇ ਤਰ੍ਹਾਂ ਨਿਰਮਲਿਆਂ, ਸੇਵਾ ਪੰਥੀਆਂ ਤੇ ਉਦਾਸੀਆਂ ਦੀਆਂ ਰਚਨਾਵਾਂ ਦਾ ਇੱਕ ਬਹੁਤ ਵੱਡਾ ਭੰਡਾਰ ਹੈ। ਤੇ ਉਸ ਦਾ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀ ਗੱਲ ਕੀਤੀ ਜਾਂਦੀ ਹੈ ਸਾਹਿਤ ਦੇ ਵਿੱਚ ਕਿ ਅਸੀਂ ਆਪਣੇ ਜਦੋਂ ਸਮਕਾਲ ਨੂੰ ਸੰਬੋਧਨ ਹੋਣਾ ਵੈ ਤੇ ਸਮਕਾਲ ਦਾ ਜਿਹੜਾ ਮੁਹਾਵਰਾ, ਜਿਹੜੀ ਭਾਸ਼ਾ, ਜਿਹੜੀ ਸੱਭਿਆਚਾਰ ਹੈ, ਉਸ ਨੂੰ ਅਸੀਂ ਇਸ ਦੇ ਵਿੱਚ ਨਾਲ ਲੈ ਕੇ ਜਾਣਾ ਵੈ। ਤੋ ਇਸ ਕਰਕੇ ਹੀ ਜਿਹੜਾ ਬ੍ਰਜ ਵਾਲਾ ਨੁਕਤਾ ਵੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਦੀ ਇੱਕ ਵਿਸ਼ੇਸ਼ਤਾ ਦੇ ਵਜੋਂ ਉੱਭਰਦਾ ਵੈ। ਔਰ ਦੂਸਰਾ ਜਿਹੜਾ ਇਸ ਦੇ ਵਿੱਚ ਨੁਕਤਾ ਵੈ ਕਿ ਉਹਨਾਂ ਨੇ ਆਪਣੇ ਬਾਣੀ ਦੇ ਸੰਦੇਸ਼ ਨੂੰ ਪ੍ਰਸਾਰਨ ਦੇ ਲਈ ਬਹੁਤ ਸਾਰੇ ਜਿਸ ਤਰ੍ਹਾਂ ਦੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੇ ਮਹਾਂਪੁਰਾਣ ਜਿਹੜੀਆਂ ਧੁਨੀਆਂ ਨੇ, ਉਹਨਾਂ ਨੂੰ ਉਹ ਅਲਪ ਪ੍ਰਾਣ ਦੇ ਵਿੱਚ ਤਬਦੀਲ ਕਰਦੇ ਨੇ। ਯਾਨੀ ਕਿ ਜਿਹੜਾ ਇਹ ਧੁਨੀ ਪਰਿਵਰਤਨ ਹੈ ਇਸ ਦੇ ਵਿੱਚ ਕਾਫੀ ਮਹੱਤਵਪੂਰਨ ਹੈ, ਜਿਹੜਾ ਖਾਸ ਤੌਰ ਦੇ ਉੱਤੇ ਲਾ ਤੇ ਜਿਹੜੇ ਰਾਹ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਉਹ ਰਾਹ ਦੇ ਵਿੱਚ ਬਦਲ ਕੇ ਤੇ ਉਹਨਾਂ ਦਾ ਜਿਹੜਾ ਸੁਰ ਹੈ ਉਸ ਨੂੰ ਕੋਮਲ ਤੇ ਨਰਮ ਕਰ ਦਿੰਦੇ ਨੇ। ਕਿਉਂਕਿ ਸਾਨੂੰ ਪਤਾ ਵਾ ਕਿ ਉਹ ਮਨੁੱਖ ਨੂੰ ਇੱਕ ਇਹ ਸੰਦੇਸ਼ ਦੇ ਰਹੇ ਨੇ ਕਿ ਇਹ ਜਿਹੜੀ ਜ਼ਿੰਦਗੀ ਹੈ, ਇਹ ਸਾਰਾ ਕੁਝ ਇਸ ਦੇ ਵਿੱਚ ਬਿਨਸਨਹਾਰ ਹੈ। ਔਰ ਜਿਹੜੀ ਚੀਜ਼ ਬਿਨਸਨਹਾਰ ਹੈ ਉਸ ਨੂੰ ਉਹ ਉਹਨਾਂ ਸ਼ਬਦਾਂ ਦੇ ਵਿੱਚ ਮੁਖਾਤਬ ਹੋ ਰਹੇ ਨੇ ਕਿ ਉਹ ਨੈਗੇਟਿਵ ਵਾਲੇ ਪਾਸੇ ਨਹੀਂ ਜਾ ਰਹੀ, ਬਲਕਿ ਇੱਕ ਪੋਜ਼ਿਟਿਵ ਵਾਲੇ ਪਾਸੇ ਜਾ ਰਹੀ ਹੈ ਕਿ ਇਸ ਸਮੇਂ ਦੇ ਵਿੱਚ ਉਹ ਕਿਹੋ ਜਿਹਾ ਕਰਮ ਕਰੇ ਕਿ ਉਹ ਇਹ ਜਿਹੜਾ ਮੌਤ ਦਾ ਜਿਹੜਾ ਇੱਕ ਬਹੁਤ ਵੱਡਾ ਡਰ ਹੈ ਜਾਂ ਮੌਤ ਤੋਂ ਜਿਹੜੀ ਪਾਰ ਜਾਣ ਵਾਲੀ ਸਥਿਤੀ ਹੈ ਉਸ ਨੂੰ ਉਸਨੇ ਕਿਵੇਂ ਪ੍ਰਾਪਤ ਕਰਨਾ ਹੈ। ਤੋ ਮੈਂ ਕੁਝ ਉਸ ਦੇ ਵਿੱਚ ਤੁਹਾਨੂੰ ਸ਼ਬਦ ਦੱਸਣਾ ਚਾਹੁੰਦਾ ਵਾਂ। ਜਿਸ ਤਰ੍ਹਾਂ ਹਉਦਮ ਸ਼ਬਦ ਦੇ ਲਈ ਉਹਨਾਂ ਨੇ ਹੌਰਾ ਸ਼ਬਦ ਬਣਾ ਲਿਆ, ਟਲੈ ਦੇ ਲਈ ਟਰੈ, ਸਗਲ ਦੇ ਲਈ ਸਗਰੇ, ਉਲਝ ਦੇ ਲਈ ਉਰਜ, ਗਲ ਦੇ ਲਈ ਗਰ, ਇਸੇ ਤਰ੍ਹਾਂ ਨਿਕਾਲ ਦੇ ਲਈ ਨਿਕਾਰ, ਸੰਮਾਲ ਦੇ ਲਈ ਸਮਾਰ, ਔਰ ਬਾਦਲ ਦੇ ਲਈ ਬਾਦਰ, ਔਰ ਓਲੇ ਦੇ ਲਈ ਉਰੇ। ਇਸ ਤਰ੍ਹਾਂ ਦੇ ਜਿਹੜੇ ਸ਼ਬਦ ਜਿਹਦੇ ਵਿੱਚ ਲਾ ਤੇ ਜਿਹੜੀ ਰਾਹ ਦੀ ਧੁਨੀ ਹੈ ਉਸ ਦੇ ਵਿੱਚ ਉਹਨਾਂ ਨੇ ਪਰਿਵਰਤਨ ਕਰ ਲਿਆ। ਇਸੇ ਤਰ੍ਹਾਂ ਰਾਹ ਦੀ ਧੁਨੀ ਦਾ ਪਰਿਵਰਤਨ ਕਰਦੇ ਨੇ। ਘੜੀ ਦੇ ਲਈ ਘੜੀ, ਪੜ੍ਹ ਦੇ ਲਈ ਪਰ, ਪਹਾੜ ਦੇ ਲਈ ਪਹਾੜ, ਔਰ ਪੜੀ ਦੇ ਲਈ ਪਰੀ, ਬੇੜੀ ਦੇ ਲਈ ਬੇਰੀ। ਯਾਨੀ ਕਿ ਉਹ ਜਿਹੜੀਆਂ ਸਖਤ ਧੁਨੀਆਂ ਨੇ ਉਹ ਉਹਨਾਂ ਨੂੰ ਇੱਕ ਸ਼ਾਂਤ ਰਸ ਦੀ, ਕਿਉਂਕਿ ਇਸ ਦੇ ਵਿੱਚ ਬਹੁਲਤਾ ਹੈ, ਤੇ ਉਹਨਾਂ ਨੂੰ ਉਸ ਧੁਨੀ ਦੇ ਵਿੱਚ ਉਹਨਾਂ ਨੇ ਧੁਨੀ ਪਰਿਵਰਤਨ ਕਰਕੇ ਸ਼ਬਦਾਂ ਨੂੰ ਜਿਹੜਾ ਵੈ ਆਪਣਾ ਸੰਦੇਸ਼ ਦੇਣ ਦੇ ਲਈ ਵਰਤਿਆ। ਹੁਣ ਤੀਸਰਾ ਜਿਹੜਾ ਬ੍ਰਜ ਦਾ ਇੱਕ ਹੋਰ ਨੁਕਤਾ ਵੈ ਕਿ ਜਿਹੜੀ ਧੁਨੀ ਵਿਕਾਰ ਜਿਹੜਾ ਵੈ ਉਹ ਬ੍ਰਜ ਦੇ ਵਿੱਚ ਬੜਾ ਇੰਪੋਰਟੈਂਟ ਹੈ। ਕਿਉਂਕਿ ਜਿਹੜੀ ਬ੍ਰਜ ਭਾਸ਼ਾ ਵੈ ਜਦੋਂ ਸਾਹਿਤਕ ਮੁਹਾਵਰਾ ਧਾਰਦੀ ਹੈ ਤੇ ਉਸ ਦੇ ਵਿੱਚ ਜਿਹੜੀਆਂ ਸਥਾਨਕ ਭਾਸ਼ਾਵਾਂ ਨੇ ਜਦੋਂ ਉਹ ਬ੍ਰਜ ਨੂੰ ਗ੍ਰਹਿਣ ਕਰਦੀਆਂ ਨੇ ਤਾਂ ਉਹਦੇ ਵਿੱਚ ਪਰਿਵਰਤਨ ਜਿਹੜੇ ਨੇ ਵਾਪਰਦੇ ਨੇ। ਔਰ ਇਹ ਪਰਿਵਰਤਨ ਜਿਹੜੇ ਨੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਵੀ ਨਜ਼ਰ ਆਉਂਦੇ ਨੇ, ਜਿੱਥੇ ਈ ਤੇ ਨਾ, ਵਾ ਤੇ ਬਾ, ਸ਼ਾ ਤੇ ਸਾ, ਵਾ ਤੇ ਜਾ, ਔਰ ਔ ਤੇ ਐ, ਇਸ ਤਰ੍ਹਾਂ ਦੇ ਜਿਹੜੇ ਪਰਿਵਰਤਨ ਨੇ ਉਹਨਾਂ ਦੀ ਸਾਨੂੰ ਸ਼ਬਦਾਵਲੀ ਦੇ ਵਿੱਚ, ਧੁਨੀਆਂ ਦੇ ਵਿੱਚ ਜਿਹੜੇ ਨੇ ਉਹ ਬਹੁਤ ਸਾਰੇ ਨਜ਼ਰ ਆਉਂਦੇ ਨੇ। ਜਿਸ ਤਰ੍ਹਾਂ ਹੁੱਤੋ, ਕਰਨੋ, ਆਪਣੋ, ਸੁਪਨੋ। ਔਰ ਇਹ ਜਿਹੜਾ ਧੁਨੀ ਵਿਕਾਰ ਦੀ ਮੈਂ ਗੱਲ ਕੀਤੀ ਹੈ, ਔਰ ਇਹ ਬਹੁਤ ਸਾਰੇ ਜਿਹੜੇ ਸਾਡੇ ਕਾਰਕ ਨੇ ਭਾਸ਼ਾ ਸ਼ੈਲੀ ਦੇ ਵਿੱਚ, ਜਦੋਂ ਅਸੀਂ ਕਾਰਕ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਝੁਕਾਅ ਜਿਹੜੇ ਨੇ ਨਾ ਸਾਨੂੰ ਵਿਕਾਰਾਂ ਦੇ ਮਿਲਦੇ ਨੇ। ਜਿਸ ਤਰ੍ਹਾਂ ਕੋ, ਕਉ, ਕੂ ਜਿਹੜਾ ਕਰਮ ਕਾਰਕ ਹੈ, ਸੌ, ਸਤੀ, ਸੌ ਕਰਨ ਕਾਰਕ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਅਪਾਦਾਨ ਕਾਰਕ ਦੇ ਰੂਪ ਚ ਤਾ, ਸਿਓ, ਤੇ। ਇਸੇ ਤਰ੍ਹਾਂ ਸੰਬੰਧਕ ਕਾ, ਕੋ, ਕੀ, ਕੈ, ਕੋ। ਇਸੇ ਤਰ੍ਹਾਂ ਅਧਿਕਰਨ ਦੇ ਵਿੱਚ ਮਦੇ, ਮਹਿ, ਮਾਹੇ। ਇਸੇ ਤਰ੍ਹਾਂ ਜਿਹੜੇ ਹੋਰ ਬਹੁਤ ਸਾਰੇ ਨੇ, ਹਉ, ਮਾਂ,
ਮੋਹ ਤੋਂ ਮੋਹ, ਕਮਨ ਕਾਨ। ਤੋ ਇਹ ਸਾਰੇ ਜਿਹੜੇ ਵਿਕਾਰ ਆਏ ਨੇ, ਇਹ ਅਸਲ ਦੇ ਵਿੱਚ ਬ੍ਰਜ ਤੇ ਮੁਹਾਵਰੇ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ। ਔਰ ਜਿਹੜਾ ਬ੍ਰਜ ਦਾ ਇਹ ਮੁਹਾਵਰਾ ਵੈ, ਉਹ ਇੱਕ ਸਥਾਨਕ ਭਾਸ਼ਾਵਾਂ ਦੇ ਨਾਲ ਇੱਕ ਸੰਵਾਦੀ ਜਿਹੜਾ ਵਾ ਨਾ, ਇੱਕ ਸੰਵਾਦ ਸਿਰਜਣ ਦੀ ਕੋਸ਼ਿਸ਼ ਦੇ ਵਿੱਚ ਹੈਗਾ ਵੈ। ਅਸੀਂ ਜਦੋਂ ਗੱਲ ਕੀਤੀ ਆ ਗੁਰਪ੍ਰਤਾਪ ਸੂਰਜ ਦੀ ਜਾਂ ਪੰਥ ਪ੍ਰਕਾਸ਼ ਦੀ, ਉਹਦੇ ਵਿੱਚ ਵੀ ਜਿਹੜੇ ਸਾਨੂੰ ਇਸ ਤਰ੍ਹਾਂ ਦਾ ਇੱਕ ਸੰਵਾਦ ਮਿਲਦਾ ਵੈ। ਕਿਉਂਕਿ ਜਿਹੜੀ ਭਾਸ਼ਾ ਵੈ ਨਾ, ਭਾਸ਼ਾ ਹਮੇਸ਼ਾ ਹੀ ਪਰਿਵਰਤਨਸ਼ੀਲ ਹੈ। ਔਰ ਦੂਸਰੀ ਗੱਲ ਹੈਗੀ ਹੈ ਕਿ ਭਾਸ਼ਾ ਦੇ ਵਿੱਚ ਬਹੁਤ ਸਾਰੀ ਲਚਕਤਾ ਜਾਂ ਫਲੈਕਸੀਬਿਲਿਟੀ ਹੈ। ਉਹ ਭਾਸ਼ਾ ਜਦੋਂ ਕੋਈ ਉਸ ਦੇ ਵਿੱਚ ਆਪਣਾ ਸੰਦੇਸ਼ ਦਿੰਦਾ ਵਾ, ਕੋਈ ਉਹਦੇ ਵਿੱਚ ਟੈਕਸਟ ਸਿਰਜੀ ਜਾਂਦੀ ਹੈ, ਤਾਂ ਉਹ ਟੈਕਸਟ ਦੀਆਂ ਜਿਹੜੀਆਂ ਅੰਦਰੂਨੀ ਲੋੜਾਂ ਨੇ, ਉਹਨਾਂ ਦੇ ਅਨੁਸਾਰ ਭਾਸ਼ਾ ਨੂੰ ਜਿਹੜਾ ਵਾ ਢਾਲ ਲਿਆ ਜਾਂਦਾ ਵਾ। ਔਰ ਭਾਸ਼ਾ ਦਾ ਰੂਪ ਕਿਸ ਤਰ੍ਹਾਂ ਦਾ ਬਣਦਾ ਹੈ, ਉਹ ਉਦੋਂ ਪਤਾ ਲੱਗਦਾ ਵਾ ਜਦੋਂ ਅਸੀਂ ਟੈਕਸਟ ਜਿਹੜੀ ਆ ਉਸ ਨੂੰ ਭਾਸ਼ਾਈ ਪੱਧਰ ਦੇ ਉੱਤੇ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਇੱਕ ਹੋਰ ਇਹਦੇ ਵਿੱਚ ਉਹਨਾਂ ਦੀ ਭਾਸ਼ਾ ਸ਼ੈਲੀ ਦਾ ਜਿਹੜਾ ਲੱਛਣ ਨਜ਼ਰ ਆਉਂਦਾ ਵੈ, ਉਹ ਹੈਗਾ ਵੈ ਕਿ ਜਿੱਥੇ ਸਵਰਾਂ ਦਾ ਸੰਯੋਗੀਕਰਨ ਹੋ ਜਾਂਦਾ ਵੈ। ਜਿਸ ਤਰ੍ਹਾਂ ਸ਼ਬਦ ਜੂ ਹੈ, ਜੂ ਜਿਹੜਾ ਸ਼ਬਦ ਹੈ ਉਹ ਜਿਹਾ ਤੇ ਜੀਓ ਤੇ ਜਾਏ, ਇਹਨਾਂ ਦੇ ਇੱਕ ਜਿਹੜੇ ਸੰਯੁਕਤ ਰੂਪ ਨੂੰ ਜੂ ਦੇ ਵਿੱਚ ਢਾਲ ਲਿਆ। ਇਹ ਇੱਕ ਸ਼ੈਲੀ ਦੇ ਪੱਖੋਂ ਬੜਾ ਇੰਪੋਰਟੈਂਟ ਨੁਕਤਾ ਹੈ। ਔਰ ਇਸ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖੀਏ ਤੇ ਇਹ ਸ਼ਬਦ 3 ਵਾਰ ਵਰਤਿਆ ਗਿਆ, ਔਰ 3 ਵਾਰੀ ਇਹ ਜਿਹੜਾ ਵੈ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਆਪਣੀ ਬਾਣੀ ਦੇ ਵਿੱਚ ਇਸ ਨੂੰ ਵਰਤਿਆ ਵੈ। ਜਿਸ ਤਰ੍ਹਾਂ ਇਸ ਦੀ ਜਿਹੜੀ ਹੈ ਉਦਾਹਰਨ ਲਈ ਜਾ ਸਕਦੀ ਹੈ, ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਪਇਓ ਉਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ। ਇਸੇ ਤਰ੍ਹਾਂ ਇੱਕ ਹੋਰ ਇਸ ਦੀ ਉਦਾਹਰਨ ਲਈ ਜਾ ਸਕਦੀ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਪ੍ਰਭ ਜੂ ਕੀ ਸਰਨ ਲਾਗ। ਇਸੇ ਤਰ੍ਹਾਂ ਤੀਸਰੀ ਜਿਹੜੀ ਉਦਾਹਰਨ ਹੈ ਉਹ ਹੈਗੀ ਹੈ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ। ਤੋ ਇਹ ਜਿਹੜੀ ਜੂ ਇਹ ਵੀ ਉਹੋ ਹੀ ਪਰਿਵਰਤਨ ਹੈ ਜਿਹੜੀ ਮੈਂ ਸੰਵਾਦਕਤਾ ਦੀ ਗੱਲ ਕੀਤੀ ਸੀ, ਕਿ ਜਦੋਂ ਕੋਈ ਭਾਸ਼ਾ ਜਿਹੜੀ ਬ੍ਰਜ ਹੈ ਉਸ ਨੂੰ ਉਹਨਾਂ ਨੇ ਉਵੇਂ ਨਹੀਂ ਅਪਣਾਇਆ ਜਿਵੇਂ ਬ੍ਰਜ ਹੈ, ਪਰ ਉਸ ਨੂੰ ਆਪਣੇ ਸੰਦੇਸ਼ ਨੂੰ ਪ੍ਰਸਾਰਨ ਦੇ ਲਈ ਉਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸੰਯੁਕਤ ਜਿਹੜੇ ਸਵਰਾਂ ਨੂੰ ਬਣਾ ਕੇ ਤਾਂ ਉਹਨਾਂ ਨੇ ਆਪਣੀ ਜਿਹੜੀ ਹੈ ਭਾਸ਼ਾ ਦੇ ਵਿੱਚ ਇੱਕ ਸੰਜਮ ਜਿਹੜਾ ਪੈਦਾ ਕਰਨ ਦਾ ਯਤਨ ਕੀਤਾ ਵੈ। ਔਰ 6ਵਾਂ ਜਿਹੜਾ ਇਸ ਦੇ ਵਿੱਚ ਇੱਕ ਹੋਰ ਨੁਕਤਾ ਵੈ, ਉਹ ਹੈ ਅਨੁਨਾਸਕੀਕਰਨ ਦਾ। ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਅਨੁਨਾਸਕੀਕਰਨ ਜਿਹੜਾ ਵੈ ਕਾਫੀ ਘੱਟ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਇੱਕ ਬੜੀ ਵੱਡੀ ਵਿਸ਼ੇਸ਼ਤਾ ਵਾ ਕਿ ਉਹਨਾਂ ਦੇ ਵਿੱਚ ਕਿਤੇ ਕਿਤੇ ਅਨੁਨਾਸਕੀਕਰਨ ਹੈਗਾ ਵੀ ਹੈ ਤੇ ਨਹੀਂ ਵੀ ਹੈਗਾ। ਦੋਵੇਂ ਮਤਲਬ ਜਿਹੜੀਆਂ ਪ੍ਰਵਿਰਤੀਆਂ ਨੂੰ ਉਹਨਾਂ ਨੇ ਰੱਖਿਆ ਵੈ। ਔਰ ਜਿਹੜੀਆਂ ਉਹਨਾਂ ਦੇ ਇਸ ਪਵਿੱਤਰ ਪਾਠ ਦੀਆਂ ਅੰਦਰੂਨੀ ਲੋੜਾਂ ਸੀ, ਉਹਨਾਂ ਦੇ ਮੁਤਾਬਕ ਹੀ ਉਹਨਾਂ ਨੇ ਕਿਧਰੇ ਰੱਖ ਲਿਆ ਵੈ ਔਰ ਕਿਧਰੇ ਇਸ ਨੂੰ ਨਹੀਂ ਰੱਖਿਆ। ਔਰ ਇਹਦੇ ਬਾਰੇ ਜਿਹੜਾ ਨਾ ਡਾਕਟਰ ਸੀਤਾ ਰਾਮ ਬਾਰੀ ਨੇ ਕਾਫੀ ਸਾਰਾ ਕੰਮ ਕੀਤਾ ਸੀ, ਔਰ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਸਾਡੇ ਪੁਰਾਤਨ ਜਿਹੜੀਆਂ ਅਪਭ੍ਰੰਸ਼ੀ ਜਿਹੜੀਆਂ ਪਰੰਪਰਾ ਸੀ, ਜਿੱਥੋਂ ਸਾਡੀਆਂ ਆਧੁਨਿਕ ਭਾਸ਼ਾਵਾਂ ਜਿਹੜੀਆਂ ਨੇ ਅੱਗੇ ਆ ਕੇ ਵਿਕਸਿਤ ਹੁੰਦੀਆਂ ਨੇ, ਤਾਂ ਉਹਦੇ ਵਿੱਚ ਇਹ ਜਿਹੜੀ ਹੈ ਅਨੁਨਾਸਿਕਤਾ ਦੀ ਰੁਚੀ ਜਿਹੜੀ ਆ ਚੁੱਕੀ ਸੀ, ਪਰ ਉਹ ਉਸ ਤਰੀਕੇ ਨਾਲ ਪ੍ਰਚਲਿਤ ਨਹੀਂ ਸੀ ਹੋਈ ਜਿਵੇਂ ਅੱਜ ਦੇ ਅਸੀਂ ਦੇਖਦੇ ਹਾਂ ਹੋਈ ਹੈ। ਔਰ ਕਿਉਂਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਲ ਹੈ, ਇਸ ਦੇ ਵਿੱਚ ਜਿਹੜਾ ਬ੍ਰਜ ਦਾ ਮੁਹਾਂਦਰਾ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਸਾਹਿਤਕ ਮੁਹਾਂਦਰਾ ਜਿਹੜਾ ਸੀ ਬਣ ਰਿਹਾ ਸੀ। ਤੋ ਉਸ ਦੇ ਕਰਕੇ ਉਹਨਾਂ ਨੇ ਉਸ ਨੂੰ ਸਾਹਮਣੇ ਰੱਖ ਕੇ ਉਹਦੇ ਵਿੱਚ ਪਰਿਵਰਤਨ ਵੀ ਕੀਤੇ ਕਿ ਜਿੱਥੇ ਅਨੁਨਾਸਿਕਤਾ ਦੀ ਲੋੜ ਸੀ ਉੱਥੇ ਉਹਨੂੰ ਕਰ ਲਿਆ, ਜਿੱਥੇ ਨਹੀਂ ਸੀ ਲੋੜ ਉੱਥੇ ਨਹੀਂ ਵਰਤਿਆ। ਜਿਸ ਤਰ੍ਹਾਂ ਇਸ ਦੀਆਂ ਮੈਂ ਤੁਹਾਨੂੰ 2 ਮਿਸਾਲਾਂ ਜਿਹੜੀਆਂ ਨੇ ਦਿਆਂਗਾ। ਇੱਕ ਸ਼ਬਦ ਹੈ ਕਿਨਹੂ, ਉਹ ਵਰਤਦੇ ਨੇ ਇਸ ਸ਼ਬਦ ਨੂੰ ਕਿ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਇੱਥੇ ਉਹ ਜਿਹੜਾ ਅਨੁਨਾਸਿਕ ਨਹੀਂ, ਪਰ ਦੂਸਰੇ ਪਾਸੇ
ਅਗਲੀ ਜਿਹੜੀ ਇੱਕ ਹੋਰ ਤੁਕ ਹੈ ਉਹਦੇ ਵਿੱਚ ਕਿਨਹੂ ਸ਼ਬਦ ਹੈ, ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਇਸੇ ਤਰ੍ਹਾਂ ਕਾਂ ਸ਼ਬਦ ਹੈ, ਕਾਂ ਕੀ ਮਾਤ ਪਿਤਾ ਸੁਤ ਬਣਤਾ ਕੋ ਕਾਹੂ ਕੋ ਭਾਈ। ਇਥੇ ਕਾਂ ਜਿਹੜਾ ਵਾ ਉਸ ਨੂੰ ਨੇਜ਼ਲਾਈਜ਼ ਕੀਤਾ ਗਿਆ। ਔਰ ਦੂਸਰੇ ਪਾਸੇ ਸਿੱਧਾ ਕਾਵ ਹੈ ਕਿ ਕਾਕੋ ਤਨ ਤਨ ਸੰਪਤ ਕਾਂ ਕੀ ਕਾ ਸਿਉ ਨੇਹੋਂ ਲਗਾਈ। ਤੋ ਇਹ ਜਿਹੜਾ ਹੈਗਾ ਸੀ ਜਿਹੜੀ ਉਹਨਾਂ ਦੀ ਭਾਸ਼ਾ ਸ਼ੈਲੀ ਦੇ ਵਿੱਚ ਕੁਝ ਨੁਕਤੇ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ। ਔਰ ਜਿਹੜੀ ਅਗਲੀ ਗੱਲ ਹੈ ਉਹ ਹੈਗਾ ਵਾ ਕਿ ਜਿਹੜੇ ਪਾਠ ਵਿਸ਼ਲੇਸ਼ਣ ਨੇ ਭਾਸ਼ਾਈ ਪੱਖ ਤੋਂ, ਉਹਨਾਂ ਦੇ ਵਿੱਚ ਇੱਕ ਸੰਵਾਦਕ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਜਿਹੜੀ ਸਾਰੀ ਦੀ ਸਾਰੀ ਜੇ ਅਸੀਂ ਗੁਰਬਾਣੀ ਦੀ ਜਿਹੜੀ ਭਾਸ਼ਾ ਹੈ ਜਦੋਂ ਉਹਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਸਾਨੂੰ ਇਹ ਜਿਹੜਾ ਸੰਵਾਦਕ ਰਿਸ਼ਤਾ ਨਜ਼ਰ ਆਉਂਦਾ ਵੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਹ ਸੰਵਾਦਕ ਰਿਸ਼ਤਾ ਜਿਹੜੀ ਗੁਰੂ ਪਰੰਪਰਾ ਸੀ ਉਹਦੇ ਰਾਹੀਂ ਇਹਦੇ ਵਿੱਚ ਦਾਖਲ ਹੋਇਆ, ਕਿਉਂਕਿ ਉਹਨਾਂ ਦੇ ਜਿਹੜੀ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਸਾਰੀ ਦੀ ਸਾਰੀ ਪਰੰਪਰਾ ਪਈ ਸੀ। ਤੋ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਉਹਨਾਂ ਦੀਆਂ ਇਸ ਦੀਆਂ ਐਗਜ਼ਾਮਪਲਾਂ ਦੇ ਸਕਦਾ ਸੰਵਾਦਕਤਾ ਦੀਆਂ, ਕਿ ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਣ। ਇਸੇ ਤਰ੍ਹਾਂ ਬਿਰਥਾ ਕਹੋ ਕੌਣ ਸਿਉ ਮਨ ਕੀ। ਫਿਰ ਹੈ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਧਰਈ। ਤੋ ਇਹ ਜਿਹੜੇ ਸੰਵਾਦਕ ਰਿਸ਼ਤਾ ਵੈ ਇਹ ਵੀ ਉਹਨਾਂ ਦੀ ਭਾਸ਼ਾ ਸ਼ੈਲੀ ਦਾ ਇੱਕ ਬੜਾ ਮਹੱਤਵਪੂਰਨ ਲੱਛਣ ਹੈ, ਭਾਵੇਂ ਕਿ ਇਹ ਗੁਰਬਾਣੀ ਦੀ ਹੀ ਸੰਵਾਦਕ ਜਿਹੜੀ ਪਰੰਪਰਾ ਵੈ। ਇਸੇ ਤਰ੍ਹਾਂ ਉਹਨਾਂ ਦੀ ਭਾਸ਼ਾ ਸ਼ੈਲੀ ਦੇ ਵਿੱਚ ਜਿਹੜੀ ਸੰਬੋਧਨਤਾ ਵੈ, ਕਿਉਂਕਿ ਕਵਿਤਾ ਜਾਂ ਗੁਰਬਾਣੀ ਦੇ ਵਿੱਚ ਜਿਹੜੀਆਂ ਸੰਬੋਧਨੀ ਸ਼ੈਲੀਆਂ ਵਰਤੀਆਂ ਗਈਆਂ ਨੇ ਉਹ ਵੱਖਰੀਆਂ ਵੱਖਰੀਆਂ ਨੇ। ਸੰਬੋਧਨ ਦੇ ਵਿੱਚ ਦੋ ਤਰ੍ਹਾਂ ਦੇ ਸੰਬੋਧਨ ਨੇ। ਇੱਕ ਸੰਬੋਧਨ ਹੈ ਕਿ ਜਿਹੜਾ ਇੱਕ ਅਕਾਲ ਪੁਰਖ ਦੀ ਜਿਹੜੀ ਸੱਤਾ ਵੈ ਉਸ ਨੂੰ ਸੰਬੋਧਨ ਕੀਤਾ ਗਿਆ ਵੈ, ਔਰ ਦੂਸਰਾ ਸੰਬੋਧਨ ਹੈ ਕਿ ਜਿਹੜਾ ਆਵਾਮ ਹੈ, ਜਿਹੜੇ ਲੋਕ ਜਿਹੜੇ ਨੇ ਮੁਕਤੀ ਪ੍ਰਾਪਤੀ ਦੇ ਲਈ ਯਤਨ ਕਰ ਰਹੇ ਨੇ ਉਹਨਾਂ ਨੂੰ ਸੰਬੋਧਨ ਕੀਤਾ ਗਿਆ। ਤੋ ਇਹ ਸੰਬੋਧਨ ਜਿਸ ਤਰ੍ਹਾਂ ਕਿ ਸਾਨੂੰ ਗੁਰਬਾਣੀ ਦੇ ਪਾਠਾਂ ਦੇ ਵਿੱਚ ਨਜ਼ਰ ਆਉਂਦੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਸੰਬੋਧਨ ਨੇ ਉਹ ਬਹੁਤ ਵੱਖਰੀ ਕਿਸਮ ਦੇ ਨੇ। ਜਿਸ ਤਰ੍ਹਾਂ ਕੁਝ ਐਗਜ਼ਾਮਪਲਾਂ ਲਈਆਂ ਜਾ ਸਕਦੀਆਂ ਨੇ ਕਿ ਜਿਸ ਤਰ੍ਹਾਂ ਮਨ ਰੇ ਕੌਣ ਕੁਮਤ ਤੇ ਕੀਨੀ, ਇਹ ਮਨ ਨੂੰ ਜਿਹੜਾ ਵਾ ਸੰਬੋਧਨ ਕੀਤਾ ਜਾ ਰਿਹਾ ਵੈ। ਫਿਰ ਰੇ ਨਰ ਇਹ ਸਾਚੀ ਜੀ ਧਾਰ, ਇਹ ਉਸ ਨਰ ਨੂੰ ਹੈ ਕਿ ਜਿਹੜਾ ਮੁਕਤੀ ਪ੍ਰਾਪਤੀ ਦੇ ਲਈ ਜਿਸ ਨੂੰ ਪ੍ਰੇਰਿਆ ਜਾ ਰਿਹਾ ਵੈ। ਫਿਰ ਮਾਈ ਮੈਂ ਕੇ ਬਿਦ ਲਖੋ ਗੁਸਾਈ, ਕਿ ਮਾਈ ਇੱਥੇ ਜਿਹੜਾ ਮਾਈ ਦਾ ਸੰਬੋਧਨ ਹੈ ਉਹ ਇੱਕ ਸਾਧ ਸੰਗਤੀ ਸੰਬੋਧਨ ਵਜੋਂ ਹੈ। ਫਿਰ ਸਾਧੋ ਰਚਨਾ ਰਾਮ ਬਣਾਈ, ਤੇ ਸਾਧੋ ਕੌਣ ਨੇ? ਉਹ ਜਿਹੜੇ ਭਲੇ ਲੋਕ ਨੇ। ਕਿ ਇਹ ਜਿਹੜੀਆਂ ਸੰਬੋਧਨ ਦੀਆਂ ਵੱਖਰੀਆਂ ਵੱਖਰੀਆਂ ਕੈਟੇਗਰੀਜ਼ ਨੇ, ਕਿਉਂਕਿ ਸਮੇਂ ਦੀ ਵੀ ਇੱਕ ਸੀਮਾ ਹੈ। ਤੋ ਉਸ ਸਮੇਂ ਦੀ ਸੀਮਾ ਦੇ ਵਿੱਚ ਇਹ ਕੁਝ ਗੱਲਾਂ ਜਿਹੜੀਆਂ ਨੇ ਇਹ ਮੈਂ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਹੜੀ ਅਗਲੀ ਬੜੀ ਇੰਪੋਰਟੈਂਟ ਗੱਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਪ੍ਰਭੂ ਦੇ ਵਿਸ਼ੇਸ਼ਣ ਨੇ ਉਹ ਵੀ ਬੜੇ ਵੱਖਰੇ ਨੇ। ਹਾਲਾਂਕਿ ਉਹਦੇ ਵਿੱਚੋਂ ਕੁਝ ਗੁਰਬਾਣੀ ਵਾਲੇ ਵੀ ਨੇ, ਲੇਕਿਨ ਜਿਹੜੇ ਵੱਖਰੇ ਨੇ ਉਹਨਾਂ ਦੇ ਵਿੱਚ ਕਿਹੜੇ ਨੇ ਕਿ ਉਹ ਉਸ ਅਕਾਲ ਪੁਰਖ ਨੂੰ ਜਿਹੜੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਹੁੰਦੇ ਨੇ ਉਹ ਕਿਹੜੇ ਨੇ? ਉਹ ਕਈ ਥਾਵਾਂ ਦੇ ਉੱਤੇ ਜਿਵੇਂ ਸੁਆਮੀ, ਦੇਵਾ, ਮਾਧੋ, ਨਰੰਜਨ, ਮੁਰਾਰ, ਦੀਨਾਨਾਥ, ਬ੍ਰਹਮ, ਪ੍ਰੀਤਮ, ਭਗਵੰਤ, ਦੀਨ ਬੰਧੂ, ਨਾਰਾਇਣ, ਚਿੰਤਾਮਨ, ਕਨਾਈ, ਭਗਵਾਨ, ਰਘੁਨਾਥ ਔਰ ਗੁਸਾਈ ਹੈ। ਔਰ ਉਹਦੇ ਵਿੱਚ ਜਿਹੜੀ ਹੈ ਨਿਰਗੁਣ ਵੀ ਨੇ ਤੇ ਸਰਗੁਣ ਵੀ ਨੇ, ਅਗਿਣਤ, ਅਪਾਰ, ਅਲਖ, ਨਿਰੰਜਨ, ਨਿਰਲੇਪ, ਅਲੇਪ, ਨਿਆਰਾ। ਔਰ ਇਹ ਜਿਹੜੇ ਸਾਰੇ ਦੇ ਸਾਰੇ ਵਿਸ਼ੇਸ਼ਣ ਨੇ ਇਹ ਉਹਨਾਂ ਦੀ ਭਾਸ਼ਾ ਸ਼ੈਲੀ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਸੰਦੇਸ਼ ਦੇ ਰਹੇ ਨੇ। ਔਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਭਾਸ਼ਾ ਦਾ ਸੰਬੰਧ ਸੱਭਿਆਚਾਰ ਦੇ ਨਾਲ ਬਹੁਤ ਗਹਿਰਾ ਹੁੰਦਾ ਹੈ। ਇਹਨਾਂ ਵਿਸ਼ੇਸ਼ਣਾਂ ਪਿੱਛੇ ਉਹ ਸਾਰਾ ਸੱਭਿਆਚਾਰ, ਉਹ ਭਾਰਤੀ ਜਿਹੜੀ ਮਿਥਕ ਪਰੰਪਰਾ ਹੈ, ਜਿਹੜੇ ਬਹੁਤ ਸਾਰੇ ਮਿਥ ਨੇ
ਮਿੱਥਾਂ ਦੇ ਵਿੱਚ ਜਿਹੜੀਆਂ ਆਉਂਦੇ ਨੇ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ। ਕਿਉਂ ਕਿ ਜਦੋਂ ਗੁਰੂ ਸਾਹਿਬ ਨੇ ਆਪਣਾ ਸੰਦੇਸ਼ ਆਪਣੇ ਲੋਕਾਂ ਨੂੰ ਦੇਣਾ ਮੈਂ, ਤੇ ਉਹਦੇ ਵਿੱਚ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦੀ ਪੁੰਨਛਾਣ ਕੀਤੀ ਜਾਂਦੀ ਹੈ। ਔਰ ਉਹਦੇ ਵਿੱਚੋਂ ਉਹ ਕਿਹੜੇ ਵਿਸ਼ੇਸ਼ਣ ਦੀ ਚੋਣ ਕੀਤੀ ਜਾਂਦੀ ਹੈ, ਉਹ ਪਾਠ ਦੀਆਂ ਜਿਹੜੀਆਂ ਅੰਦਰੂਨੀ ਲੋੜਾਂ ਨੇ ਉਹਨਾਂ ਨੂੰ ਸਾਹਮਣੇ ਰੱਖਿਆ ਜਾਂਦਾ ਵਾ। ਔਰ ਦੂਸਰੀ ਜਿਹੜੀ ਗੱਲ ਹੈ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ, ਉਹ ਬ੍ਰਹਿਮੰਡ ਦੀ ਜਿਹੜੀ ਰਚਨਾ ਮੈਂ ਉਸ ਦੀ ਗੱਲ ਕਰ ਰਹੇ ਨੇ। ਔਰ ਬ੍ਰਹਿਮੰਡ ਦੀ ਰਚਨਾ ਦੇ ਵਿੱਚੋਂ ਉਹ ਨਾਲ ਨਾਲ ਜਿਹੜਾ ਇੱਕ ਸੰਦੇਸ਼ ਕੀ ਦੇ ਰਹੇ ਨੇ ਕਿ ਇਹ ਤਿੰਨ ਬੜੇ ਉਹਦੇ ਵਿੱਚ ਇਹੋ ਜਿਹੇ ਚੇਨ ਨੇ ਜਿਨ੍ਹਾਂ ਦੇ ਚੇਨਾਂ ਦੀ ਗੱਲ ਜਿਹੜੀ ਹੈ ਉਹਨਾਂ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਸੰਦੇਸ਼ ਨੂੰ ਦੇਣ ਵਾਸਤੇ ਉਹ ਕੀ ਹੈਗਾ ਵਾ ਕਿ ਇਹ ਸਾਰਾ ਕੁਝ ਜਿਹੜਾ ਵਾ ਨਾਸ਼ਵਾਨ ਹੈ। ਉਹ ਇੱਕ ਬਾਦਰ ਕੀ ਛਾਈ ਦਾ ਜਿਹੜਾ ਚਿੰਨ੍ਹ ਹੈ ਉਸ ਦੇ ਵਿੱਚ ਰੱਖ ਕੇ ਉਸ ਨੂੰ ਚਿੱਤਰ ਰਹੇ ਨੇ ਇਸ ਬ੍ਰਹਿਮੰਡ ਨੂੰ। ਔਰ ਦੂਸਰਾ ਕਿ ਵੀ ਇਹ ਸਾਰਾ ਜਿਹੜਾ ਸੰਸਾਰ ਹੈ ਉਹ ਇੱਕ ਸੁਪਨੇ ਦੀ ਨਿਆਈ ਹੈ। ਤੀਸਰੀ ਗੱਲ ਕਿ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਮਿੱਥਿਆ ਨੇ। ਉਹ ਕਿਵੇਂ ਨੇ ਕਿ ਜਿਹੜਾ ਬੱਦਲ ਦੇ ਕਿ ਜੋ ਬਾਦਰ ਕੀ ਛਾਈ ਜੋ ਦੀਸੈ ਸੋ ਸਗਲ ਬਿਨਾਸਾ, ਕਿ ਸਾਰਾ ਕੁਝ ਇੱਕ ਬੱਦਲ ਦੀ ਛਾਂ ਵਾਂਗ ਹੈ। ਜਿਵੇਂ ਬੱਦਲ ਜਿਹੜਾ ਵਾ ਜਦੋਂ ਉਹ ਸੂਰਜ ਤੋਂ ਪਰੇ ਚਲਾ ਜਾਂਦਾ ਤੇ ਛਾਂ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਸਾਰਾ ਕੁਝ ਜਿਹੜਾ ਵਾ ਉਹ ਬਿਨਸਨਹਾਰ ਹੈ। ਫਿਰ ਸਾਰਾ ਕੁਝ ਸੁਪਨੇ ਦੀ ਨਿਆਈ ਹੈ। ਸਗਲ ਜਗਤ ਹੈ ਜੈਸੇ ਸੁਪਨਾ, ਸਮ ਸੁਪਨੇ ਕੇ ਇਹ ਜਗ ਜਾਨ, ਸੁਪਨੇ ਜੋ ਧਨ ਪਛਾਨ, ਜੋ ਸੁਪਨੇ ਰਹਿਨਾਈ, ਜਗ ਸੁਪਨ ਸਮਾਨਿਓ। ਤੋ ਇਹਦਾ ਮਤਲਬ ਕਿ ਇਹ ਸੁਪਨਾ ਵਾ, ਸੁਪਨਾ ਜਿਹੜਾ ਵਾ ਇੱਕ ਬਹੁਤ ਹੀ ਛਿਣ ਭੰਗਰ ਕਿਸਮ ਦੀ ਚੀਜ਼ ਹੈ। ਤੋ ਉਹ ਜ਼ਿੰਦਗੀ ਦੇ ਸਾਹਮਣੇ ਉਸ ਸੁਪਨ ਅਵਸਥਾ ਨੂੰ ਰੱਖ ਰਹੇ ਨੇ ਕਿ ਜ਼ਿੰਦਗੀ ਵੀ ਉਸ ਸੁਪਨੇ ਵਾਂਗ ਛਿਣ ਭੰਗਰ ਹੈ। ਸਾਰਾ ਕੁਝ ਨਾਸ਼ਵਾਨ ਹੈ, ਛਿਣ ਭੰਗਰ ਹੈ, ਤੇ ਜਿੰਨੇ ਵੀ ਪਦਾਰਥ ਨੇ ਉਹ ਕੀ ਨੇ, ਮਿੱਥਿਆ ਨੇ। ਸਾਧੋ ਇਹ ਧਨ ਮਿੱਥਿਆ ਜਾਣੋ, ਮਿੱਥਿਆ ਧਨ ਸਾਚੋ ਕਰ ਮਾਨਿਓ, ਕਿ ਇਹ ਧਨ ਜਿਹੜਾ ਇੱਕ ਮਿੱਥਿਆ ਵਾ ਜਿਸ ਨੂੰ ਮਨੁੱਖ ਇਹ ਸਮਝਦਾ ਵਾ ਕਿ ਸ਼ਾਇਦ ਇਹ ਹਮੇਸ਼ਾ ਦੇ ਲਈ ਹੈ, ਪਰ ਇਹ ਉਹ ਕਹਿੰਦੇ ਨੇ ਕਿ ਮਿੱਥਿਆ ਵਾ। ਇਹ ਜਿਹੜੇ ਤਿੰਨ ਚੇਨ ਨੇ ਇਹ ਸਾਰੀ ਦੀ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਹੈ ਉਸ ਨੂੰ ਰੀਪ੍ਰਜੈਂਟ ਕਰਦੇ ਨੇ। ਔਰ ਤੀਸਰੀ ਜਿਹੜੀ ਗੱਲ ਹੈ ਇਸ ਦੇ ਵਿੱਚ ਉਹ ਕਰ ਰਹੇ ਨੇ ਕਿ ਮਾਇਆ ਦੀ, ਕਿ ਇਹ ਜਿਹੜੀ ਮਾਇਆ ਵਾ, ਧਨ ਦੌਲਤ ਹੈ, ਇਹ ਸਾਰਾ ਕੁਝ ਜਿਹੜਾ ਵਾ ਨਾਸ਼ਵਾਨ ਹੈ। ਇਹ ਉਹਨਾਂ ਦੇ ਵਿਚਾਰ, ਜਿਹੜੀ ਉਹਨਾਂ ਦੀ ਵਿਚਾਰਧਾਰਾ ਵਾ ਉਹਦੇ ਵਿੱਚ ਹੀ ਹੈ। ਤੇ ਫਿਰ ਇਸਦੇ ਵਾਸਤੇ ਉਹ ਇੱਕ ਸੰਦੇਸ਼ ਦੇ ਰਹੇ ਨੇ ਭਾਸ਼ਾ ਦੇ ਵਿੱਚ, ਕੀ ਹੈਗਾ ਕਿ ਮਨੁੱਖ ਦਾ ਆਪਾ ਜਿਹੜੀ ਉਸ ਦੀ ਹਉਮੈ ਹੈ ਕਿ ਉਸ ਨੂੰ ਤਿਆਗਣ ਦੇ ਉੱਤੇ ਜ਼ੋਰ ਹੈ, ਕਿ ਹਉਮੈ ਤਿਆਗ ਕੇ ਇਹਨਾਂ ਸਾਰੇ ਪਦਾਰਥਾਂ ਤੋਂ ਜਿਹੜਾ ਵਾ ਪਰੇ ਜਾਣ ਦੀ ਲੋੜ ਹੈ। ਔਰ ਇਸ ਜਿਹੜੇ ਪਦਾਰਥ ਨੇ ਫਿਰ ਅਗਲੀ ਗੱਲ ਕੀ ਕਰਦੇ ਨੇ ਉਹ ਕਿ ਇਹ ਵਿਕਾਰ ਪੈਦਾ ਕਰਦੇ ਨੇ, ਕਿ ਉਹ ਕਹਿੰਦੇ ਨੇ ਕਿ ਮਨੁੱਖ ਦੇ ਅੰਦਰਲੇ ਜਿਹੜੇ ਵਿਕਾਰ ਨੇ ਨਾ, ਉਹਨਾਂ ਵਿਕਾਰਾਂ ਤੋਂ ਬਾਅਦ ਜਾ ਕੇ ਜੀਵਨ ਮੁਕਤੀ ਹੋਣੀ ਹੈ। ਤੇ ਇਹਦੇ ਵਿੱਚ ਕੀ ਉਹ ਕਹਿੰਦੇ ਨੇ ਕਿ ਜਿਹੜੀ ਉਹ ਵੱਖਰੇ ਵੱਖਰੇ ਸ਼ਬਦ ਇਸ ਦੇ ਵਿੱਚ ਵਰਤ ਰਹੇ ਨੇ, ਮੁਕਤ, ਜੀਵਨ ਮੁਕਤ, ਪਦ ਨਿਰਮਾਨਾ ਔਰ ਬੈਕੁੰਠ ਤੇ ਗਿਆਨ, ਇਹ ਉਹ ਸਾਧਨ ਨੇ ਜਿਹੜੇ ਮੁਕਤੀ ਦੇ ਵਾਲੇ ਪਾਸੇ ਲੈ ਕੇ ਜਾਣਗੇ। ਤੇ ਇਹਦੇ ਵਿੱਚ ਉਹ ਸ਼ਬਦਾਂ ਦੇ ਇਸ ਤਰ੍ਹਾਂ ਦੇ ਇੱਕ ਵਿਰੋਧ ਜਿਹੜੇ ਸਿਰਜ ਰਹੇ ਨੇ ਉਹ ਕੀ ਨੇ ਕਿ ਇੱਕ ਦੇ ਲਈ ਜਿਹੜੇ ਲੋਕ ਮਾਇਆ ਦੇ ਵਿੱਚ ਗ੍ਰਸੇ ਹੋਏ ਨੇ ਉਹਨਾਂ ਦੇ ਲਈ ਦੁਰਜਨ, ਮੂੜ, ਗਵਾਰ, ਮੂਰਖ, ਅੰਧ, ਅਗਿਆਨੀ, ਔਰ ਅਗਿਆਨਤਾ ਜਿਹੜੀ ਦੁਰਮਤ ਤੇ ਕੁਮਤ ਦੇ ਵਿੱਚ ਜਿਹੜੇ ਫਸੇ ਲੋਕ ਨੇ ਉਹਨਾਂ ਦਾ ਇੱਕ ਭਾਸ਼ਾਈ ਤੌਰ ਦੇ ਉੱਤੇ ਉਹਨਾਂ ਦੀ ਇੱਕ ਕੈਟੇਗਰੀ ਬਣਾਉਂਦੇ ਨੇ। ਔਰ ਦੂਸਰੇ ਪਾਸੇ ਕੌਣ ਨੇ ਕਿ ਉਹ ਜਿਹੜੇ ਮਨੁੱਖ ਗੁਰਮਤ ਦੇ ਨਾਲ ਇੱਕ ਸੁਰ ਨੇ, ਉਹ ਗੁਰਮੁਖ ਨੇ, ਉਹ ਸਾਧ ਨੇ, ਉਹ ਸੰਤ ਨੇ। ਔਰ ਜਿਨ੍ਹਾਂ ਪ੍ਰਾਣੀਆਂ ਨੇ ਇਹ ਮੁਕਤ ਪੰਥ ਨੂੰ ਅਖਤਿਆਰ ਕੀਤਾ ਉਹ ਕਿਹੜੇ ਨੇ, ਭਾਈ ਨੇ, ਮੀਤ ਨੇ। ਔਰ ਜਿਹੜੇ ਆਮ ਬੰਦੇ ਨੇ ਉਹਨਾਂ ਦੇ ਲਈ ਪ੍ਰਾਣੀ, ਨਰ ਤੇ ਜਨ। ਤੋ ਇਹ ਜਿਹੜੀਆਂ ਉਹਨਾਂ ਨੇ ਕੈਟੇਗਰੀਜ਼ ਬਣਾਈਆਂ ਇਹ ਅਸਲ ਦੇ ਵਿੱਚ ਵਿਕਾਰਾਂ ਨੂੰ ਸਾਹਮਣੇ ਰੱਖ ਕੇ ਬਣਾਈਆਂ, ਜਿਨ੍ਹਾਂ ਦੇ ਰਾਹੀਂ ਉਹ ਆਪਣੀ ਭਾਸ਼ਾ ਸ਼ੈਲੀ ਦੇ ਰਾਹੀਂ ਸਾਨੂੰ ਇੱਕ ਸੰਦੇਸ਼ ਜਿਹੜਾ ਦੇ ਰਹੇ ਨੇ। ਔਰ ਅਖੀਰਲੀ ਜਿਹੜੀ ਗੱਲ ਹੈ ਉਹ ਕਰਦੇ ਨੇ ਮੁਕਤੀ ਦੀ। ਤੇ ਮੁਕਤੀ ਕੀ ਹੈਗੀ ਹੈ ਕਿ ਮੁਕਤੀ ਦੇ ਵਿੱਚ ਪਹਿਲਾ ਵਾ ਕਿ ਗਫਲਤ ਨੂੰ ਦੂਰ ਕਰਨਾ ਔਰ ਮੌਤ ਦੇ
ਆਵਾਗਮਨ ਦੇ ਜਿਹੜੇ ਫੰਦੇ ਤੋਂ ਸੁਚੇਤ ਰਹਿਣਾ, ਭੈੜੇ ਕੰਮਾਂ ਤੋਂ ਪਾਪਾਂ ਤੋਂ ਪਰਹੇਜ਼ ਕਰਨਾ, ਸਾਧ ਸੰਗਤ ਦੇ ਵਿੱਚ ਜਾਣਾ, ਗੁਰੂ ਦੀ ਸ਼ਰਨ ਦੇ ਵਿੱਚ ਜਾਣੀ, ਉਸ ਦਾ ਉਪਦੇਸ਼ ਸੁਣਨਾ, ਗਿਆਨ ਪ੍ਰਾਪਤ ਕਰਨਾ ਔਰ ਮਾਇਆ ਦਾ ਵੱਧ ਤੋਂ ਵੱਧ ਤਿਆਗ ਕਰਨਾ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਿਹੜਾ ਮਤਲਬ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਤਿਆਗ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਕਿ ਦੌਲਤ, ਪਦਾਰਥਾਂ, ਤਾਕਤ, ਮਾਇਆ ਦਾ ਤਿਆਗ ਕਰਨਾ। ਔਰ ਇਹਦੇ ਲਈ ਫਿਰ ਉਹ ਇੱਕ ਇਸ ਤਰ੍ਹਾਂ ਦੇ ਵਿਰੋਧੀ ਸ਼ਬਦਾਂ ਦੀ ਸਿਰਜਣਾ ਕਰਦੇ ਨੇ। ਉਹ ਕਿਹੜੇ ਨੇ ਕਿ ਸੁੱਖ ਦੁੱਖ, ਉਸਤਤ ਨਿੰਦਾ, ਖੁਸ਼ੀ ਗਮੀ, ਮਾਨ ਅਪਮਾਨ, ਅੰਮ੍ਰਿਤ ਵਿਸ਼, ਸੋਨਾ ਮਿੱਟੀ, ਰਾਗ ਦਵੇਸ਼, ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੋ, ਉਸਤਤ ਨਿੰਦਾ ਦੋਹੋਂ ਤਿਆਗੇ, ਔਰ ਮਾਨ ਅਪਮਾਨਾ। ਔਰ ਇਹ ਸਾਰੇ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਹੈ, ਉਹ ਅਸਲ 'ਚ ਇੱਕ ਇਸ ਤਰ੍ਹਾਂ ਦੀ ਸ਼ੈਲੀ ਦਾ ਨਿਰਮਾਣ ਕਰ ਰਹੀ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਵਿੱਤਰ ਪਾਠਾਂ ਦੀ ਜਿਹੜੀ ਆਦਰਸ਼ਾਤਮਕਤਾ ਹੈ ਉਸ ਨੂੰ ਇਹ ਭਾਸ਼ਾ ਸਿਰਜ ਰਹੀ ਹੈ। ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਆਦਰਸ਼ ਨੇ ਉਹ ਗੁਰਬਾਣੀ ਦੀ ਪਰੰਪਰਾ ਦੇ ਵਿੱਚੋਂ ਆ ਰਹੇ ਨੇ, ਪਰ ਉਹਦੇ ਤੋਂ ਇੱਕ ਵੱਖਰਾ ਮੁਹਾਂਦਰਾ ਵੀ ਸਾਡੇ ਸਾਹਮਣੇ ਰੱਖ ਰਹੇ ਨੇ। ਔਰ ਉਹ ਮੁਹਾਂਦਰਾ ਜਿਹੜਾ ਰੱਖ ਰਹੇ ਨੇ ਉਹ ਅਸਲ ਦੇ ਵਿੱਚ ਭਾਸ਼ਾ ਦਾ ਉਹ ਸਰੂਪ ਹੈ ਜਿਹੜਾ ਉਹਨਾਂ ਨੇ ਬ੍ਰਜ ਭਾਸ਼ਾ ਨੂੰ ਸਾਹਮਣੇ ਰੱਖ ਕੇ, ਬ੍ਰਜ ਤੇ ਪੰਜਾਬੀ ਨੂੰ ਸਾਹਮਣੇ ਰੱਖ ਕੇ ਸਿਰਜਿਆ। ਹੁਣ ਉਹਨਾਂ ਦੀ ਜਿਹੜੀ ਇਸ ਭਾਸ਼ਾ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿ ਉਹ ਸਾਰੀ ਦੀ ਸਾਰੀ ਰਚਨਾ ਬ੍ਰਜ ਦੀ ਹੈ। ਉਹਨਾਂ ਨੇ ਅਸਲ ਦੇ ਵਿੱਚ ਬ੍ਰਜ ਦੇ ਵਿੱਚ ਜਿਹੜਾ ਮੁਹਾਂਦਰਾ ਸੀ ਸਾਹਿਤਕ ਉਹਨੂੰ ਲੈ ਲਿਆ ਔਰ ਪੰਜਾਬੀ ਭਾਸ਼ਾ ਦੇ ਨਾਲ ਉਹਦਾ ਸੁਮੇਲ ਕਰਕੇ ਇੱਕ ਨਵੀਂ ਭਾਸ਼ਾ ਦੀ ਕ੍ਰੀਏਸ਼ਨ ਕਰ ਦਿੱਤੀ। ਔਰ ਇਸ ਨਵੀਂ ਭਾਸ਼ਾ ਦੇ ਰਾਹੀਂ ਉਹ ਜਿਹੜੀ ਗੁਰੂ ਕਾਲ ਦੀ ਜਿਹੜੀ ਪਰੰਪਰਾ ਹੈ, ਗੁਰੂ ਕਾਲ ਦੇ ਜਿਹੜੇ ਸੰਦੇਸ਼ ਨੇ, ਗੁਰੂ ਕਾਲ ਦੇ ਜਿਹੜੇ ਆਦਰਸ਼ ਨੇ, ਉਹਨਾਂ ਨੂੰ ਇਸ ਭਾਸ਼ਾ ਦੇ ਰਾਹੀਂ ਉਹ ਸਾਡੇ ਸਾਹਮਣੇ ਇੱਕ ਨਵੇਂ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ। ਔਰ ਇਸ ਕਰਕੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਇੱਕ ਭਾਸ਼ਾਈ ਤੌਰ ਦੇ ਉੱਤੇ ਵਿਸ਼ਲੇਸ਼ਣ ਕਰਦੇ ਹਾਂ ਤੇ ਸਾਨੂੰ ਉਹਦੇ ਵਿੱਚੋਂ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਨਜ਼ਰ ਆਉਂਦੀਆਂ ਨੇ। ਇੱਕ ਤਾਂ ਇਹ ਕਿ ਇਹ ਭਾਸ਼ਾ ਜਿਹੜੀ ਹੈ ਉਹਨਾਂ ਦੇ ਸਮਕਾਲ ਤੇ ਸੱਭਿਆਚਾਰ ਦੀ ਭਾਸ਼ਾ ਹੈ। ਔਰ ਦੂਸਰੀ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਿਹੜੀ ਭਾਸ਼ਾ ਦੀ ਇੱਕ ਪਰੰਪਰਾ ਚੱਲਦੀ ਹੈ ਉਸ ਦੇ ਵਿੱਚ ਇਸ ਭਾਸ਼ਾ ਦੀ ਜਿਹੜੀ ਪਰਿਵਰਤਨਸ਼ੀਲਤਾ ਨਜ਼ਰ ਆਉਂਦੀ ਹੈ ਉਹ ਸਾਨੂੰ ਇਸ ਭਾਸ਼ਾ ਦੇ ਵਿੱਚੋਂ ਨਜ਼ਰ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂਆਂ ਤੱਕ ਅੱਗੇ ਜਿਹੜੀ ਪਰੰਪਰਾ ਚੱਲਦੀ ਹੈ। ਔਰ ਇਸ ਪਰੰਪਰਾ ਤੁਸੀਂ ਦੇਖੋ ਕਿ ਪੱਛਮ ਤੋਂ ਲੈ ਕੇ ਜਿੱਥੇ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਉੱਥੋਂ ਦੀ ਭਾਸ਼ਾ ਪੱਛਮ ਤੋਂ ਲੈ ਕੇ ਇਹ ਪੂਰਬ ਵਾਲੇ ਪਾਸੇ ਸਫ਼ਰ ਕਰਦੀ ਹੈ। ਔਰ ਇਹ ਇੱਕ ਸਮੇਂ ਦੇ ਲਿਹਾਜ਼ ਦੇ ਨਾਲ ਇੱਕ ਵੱਖਰਾ ਮੁਹਾਂਦਰਾ ਪੇਸ਼ ਕਰਦੀ ਹੈ। ਤੀਸਰੀ ਜਿਹੜੀ ਗੱਲ ਹੈ ਕਿ ਜਦੋਂ ਅਸੀਂ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਵਿਕਾਸ ਅਵਸਥਾਵਾਂ ਦੇਖਦੇ ਹਾਂ ਤੇ ਉਸ ਦੇ ਵਿੱਚ ਇਹ ਜਿਹੜਾ ਭਾਸ਼ਾ ਪੜਾਵ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਭਾਸ਼ਾ ਦਾ ਇੱਕ ਪਰੰਪਰਾ ਬਣਦੀ ਹੈ, ਇੱਕ ਵੱਖਰੀ ਕਿਸਮ ਦਾ ਪੜਾਅ ਸਾਨੂੰ ਨਜ਼ਰ ਆਉਂਦਾ ਵਾ ਕਿ ਜਿਹਦੇ ਵਿੱਚ ਧੁਨੀ ਪਰਿਵਰਤਨ ਵੀ ਹੋ ਰਹੇ ਨੇ, ਸ਼ਬਦ ਪਰਿਵਰਤਨ ਵੀ ਹੋ ਰਹੇ ਨੇ ਔਰ ਸਮਕਾਲ ਨੂੰ ਸੰਬੋਧਨ ਕਰਨ ਦੇ ਲਈ ਭਾਸ਼ਾ ਦਾ ਇੱਕ ਨਵਾਂ ਮੁਹਾਂਦਰਾ ਘੜਿਆ ਜਾ ਰਿਹਾ ਵੈ। ਤੋ ਇੰਨੀਆਂ ਕੁ ਮੈਂ ਜਿਹੜੀਆਂ ਗੱਲਾਂ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਵਿਸ਼ਲੇਸ਼ਣ ਦੇ ਵਿੱਚੋਂ ਲੱਭੀਆਂ ਨੇ। ਬਹੁਤ ਸਾਰੀਆਂ ਗੱਲਾਂ ਰਹਿ ਵੀ ਗਈਆਂ ਨੇ ਕਿਉਂਕਿ ਸਮੇਂ ਦੀ ਇੱਕ ਆਪਣੀ ਸੀਮਾ ਹੈ ਔਰ ਉਸ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਮੁਆਫੀ ਚਾਹੁੰਦਾ ਵਾਂ। ਔਰ ਸਾਰੇ ਜਿਹੜੇ ਸਰੋਤੇ ਜਿਨ੍ਹਾਂ ਨੇ ਬੜੇ ਤਹੱਮਲ ਦੇ ਨਾਲ ਮੇਰੀ ਗੱਲ ਸੁਣੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ।